ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਵਿੱਚ ਬਦਲੇਗਾ ਸਮਾਂ, ਹੁਣ 1 ਘੰਟਾ ਪਿੱਛੇ ਹੋਵੇਗਾ ਸਮਾਂ। ਕੈਨੇਡਾ ਵਿੱਚ ਵਧ ਰਹੀ ਅਸਾਈਲਮ ਸੀਕਰਸ ਦੀ ਗਿਣਤੀ, ਮੈਕਸੀਕੋ ਤੋਂ ਦਾਖਲ ਹੋ ਰਹੀ ਵੱਧ ਲੋਕ, ਟੋਰਾਂਟੋ ਲਈ ਮੌਸਮ ਦੀ ਚੇਤਾਵਨੀ, ਬਿਜਲੀ ਠੱਪ ਹੋਣ ਦੀ ਸੰਭਾਵਨਾ। ਟਵਿੱਟਰ ਨੇ ਕੰਮ ਤੋਂ ਕੱਢੇ ਕਈ ਕਰਮਚਾਰੀ, ਕੈਨੇਡਾ ਵਾਲੇ ਵੀ ਹੋਏ ਪ੍ਰਭਾਵਿਤ। ਇਸ ਵੀਕਐਂਡ ਕੈਨੇਡਾ ਵਾਸੀ ਹੁਣ 1 ਘੰਟਾ ਵੱਧ ਸੌਂ ਸਕਣਗੇ। ਜੀ ਹਾਂ, ਕੈਨੇਡਾ ਦੇ ਵਿੱਚ ਇਸ ਵੀਕਐਂਡ ਸਮਾਂ ਬਦਲਣ ਜਾ ਰਿਹਾ ਹੈ। ਘੜੀਆਂ 1 ਘੰਟਾ ਪਿੱਛੇ ਕੀਤੀਆਂ ਜਾਣਗੀਆਂ। ਅਲੱਗ-ਅਲੱਗ ਸੂਬਿਆਂ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਹਫ਼ਤੇ ਜ਼ਿਆਦਾਤਰ ਕੈਨੇਡੀਅਨਸ ਨੂੰ ਵਾਧੂ ਸੌਣ ਦਾ ਸਮਾਂ ਮਿਲ ਸਕੇਗਾ, ਕਿਉਂਕਿ ਹੁਣ ਇੱਕ ਵਾਰ ਫਿਰ ਤੋਂ ਸਮਾਂ ਬਦਲਣ ਜਾ ਰਿਹਾ ਹੈ। ਜ਼ਿਆਦਾਤਰ ਕੈਨੇਡੀਅਨਸ ਵੱਲੋਂ ਇਸ ਵੀਕਐਂਡ ਦੌਰਾਨ ਆਪਣੀ ਘੜੀ ਦੀਆਂ ਸੂਈਆਂ 1 ਘੰਟੇ ਪਿੱਛੇ ਕਰਨੀਆਂ ਪੈਣਗੀਆਂ। ਹਾਲਾਂਕਿ ਯੂਕੌਨ ਵੱਲੋਂ 2020 ਦੇ ਵਿੱਚ ਫੈਸਲਾ ਲਿਆ ਗਿਆ ਕਿ ਉਹਨਾਂ ਵੱਲੋਂ ਸੀਜ਼ਨਲ ਬਦਲਾਵ ਨਹੀਂ ਕੀਤੇ ਜਾਣਗੇ ਤੇ ਉਹਨਾਂ ਵੱਲੋਂ ਆਪਣਾ ਹੀ ਟਾਈਮ ਜ਼ੋਨ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਸਸਕੈਚੁਆਨ ਵੱਲੋਂ ਵੀ 100 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ ਜਦੋਂ ਆਪਣੀਆਂ ਘੜੀਆਂ ਦੀਆਂ ਸੂਈਆਂ ਦੇ ਵਿੱਚ ਬਦਲਾਵ ਨਹੀਂ ਕੀਤਾ ਗਿਆ। ਦੂਜੇ ਪਾਸੇ ਕਿਊਬਿਕ ਦੇ ਵਿੱਚ ਇਸ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ ਕਿ ਸਮਾਂ ਬਦਲਣਾ ਚਾਹੀਦਾ ਹੈ ਜਾਂ ਫਿਰ ਨਹੀਂ। ਇਸੇ ਤਰ੍ਹਾਂ ਦਾ ਫੈਸਲਾ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਕੀਤਾ ਗਿਆ, ਜਿੱਥੇ ਉਹਨਾਂ ਨੇ ਡੇਲਾਈਟ ਟਾਈਮ ਦੇ ਨਾਲ ਸੰਬੰਧਿਤ ਇੱਕ ਲੈਜਿਸਲੇਸ਼ਨ ਦੇ ਵਿੱਚ ਮੁੱਦਾ ਪਾਸ ਕੀਤਾ ਗਿਆ, ਜਿੱਥੇ ਹੁਣ ਉਹਨਾਂ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕਿ ਬਾਕੀ ਕੁਝ ਸਦਰਨ ਸਟੇਟਸ ਵੀ ਅਜਿਹਾ ਹੀ ਕਰਨ। ਇਸ ਸਭ ਦੇ ਦੌਰਾਨ ਖਬਰ ਇਹੀ ਹੈ ਕਿ ਹੁਣ ਇਸ ਵੀਕਐਂਡ ਦੌਰਾਨ ਸਮਾਂ ਇੱਕ ਵਾਰ ਫਿਰ ਤੋਂ ਬਦਲਣ ਜਾ ਰਿਹਾ ਹੈ, ਜਿਸ ਕਾਰਨ ਕਈ ਕੈਨੇਡੀਅਨਸ ਪ੍ਰਭਾਵਿਤ ਹੋਣਗੇ। ਕੈਨੇਡਾ ਵਿੱਚ ਅਸਾਈਲਮ ਸੀਕਰਸ ਦੀ ਗਿਣਤੀ ਕਾਫੀ ਵੱਧ ਦਰਜ ਕੀਤੀ ਜਾ ਰਹੀ ਹੈ। ਤਾਜ਼ਾ ਅੰਕੜੇ ਸਾਂਝੇ ਕੀਤੇ ਗਏ, ਜਿੱਥੇ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਮੈਕਸੀਕੋ ਦੇ ਨਾਲ ਜੁੜੇ ਹੋਏ ਜ਼ਿਆਦਾਤਰ ਅਸਾਈਲਮ ਸੀਕਰਸ ਕੈਨੇਡਾ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਦੀ ਪਹਿਲੀ ਪਸੰਦ ਕੈਨੇਡਾ ਵਿੱਚ ਮੌਂਟਰੀਅਲ ਬਣਿਆ ਹੋਇਆ ਹੈ। ਹੁਣ ਇਸ ਬਾਰੇ ਬਾਰਡਰ ਅਧਿਕਾਰੀਆਂ ਵੱਲੋਂ ਕਿਹੜੀਆਂ ਗੱਲਾਂ ਦੀ ਸਾਂਝ ਪਾਈ ਗਈ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਵਿੱਚ ਅਸਾਈਲਮ ਸੀਕਰਸ ਦੀ ਗਿਣਤੀ ਹੁਣ ਲਗਾਤਾਰ ਵਧ ਰਹੀ ਹੈ। ਇਹ ਅਸਾਈਲਮ ਸੀਕਰਸ ਜ਼ਿਆਦਾਤਰ ਮੈਕਸੀਕੋ ਦੇ ਨਾਲ ਜੁੜੇ ਹੋਏ ਹਨ ਤੇ ਵੱਧ ਗਿਣਤੀ ਲੈਂਡਿੰਗ ਇਸ ਸਮੇਂ ਮੌਂਟਰੀਅਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਜੋ ਅੰਕੜੇ ਸਾਹਮਣੇ ਆਏ ਉਹਨਾਂ ਤੋਂ ਪਤਾ ਚੱਲਿਆ ਹੈ ਕਿ ਨੌਕਰੀ ਅਤੇ ਸੁਰੱਖਿਆ ਦੀ ਭਾਲ ਦੇ ਵਿੱਚ ਹੁਣ ਜ਼ਿਆਦਾਤਰ ਅਸਾਈਲਮ ਸੀਕਰਸ ਵੱਲੋਂ ਕੈਨੇਡਾ ਦਾ ਰੁਖ ਕੀਤਾ ਜਾ ਰਿਹਾ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਮੌਂਟਰੀਅਲ ਦੇ ਵਿੱਚ ਆ ਰਹੇ ਨੇ ਤੇ ਮੈਕਸੀਕਨਸ ਦੀ ਗਿਣਤੀ ਵੱਧ ਦੱਸੀ ਗਈ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਅਸਾਈਲਮ ਸੀਕਰਸ ਵੱਲੋਂ ਆਪਣਾ ਪੱਖ ਵੀ ਸਾਂਝਾ ਕੀਤਾ ਜਾ ਰਿਹਾ ਹੈ। ਜਨਵਰੀ ਤੋਂ ਮੱਧ ਅਕਤੂਬਰ ਤੱਕ ਕੁੱਲ 7,968 ਅਸਾਈਲਮ ਸੀਕਰਸ ਆਏ, ਜਿਨ੍ਹਾਂ ਵਿੱਚ ਜ਼ਿਆਦਾਤਰ ਗਿਣਤੀ ਭਾਵ ਕਿ 6,501 ਮੈਕਸੀਕੋ ਦੇ ਨਾਲ ਸੰਬੰਧਿਤ ਦੱਸੇ ਗਏ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਦੀ ਲੈਂਡਿੰਗ ਮੌਂਟਰੀਅਲ ਦੇ ਵਿੱਚ ਹੋਈ ਹੈ। ਇਹ ਸਾਰੇ ਅੰਕੜੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਸਾਂਝੇ ਕੀਤੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਰਿਫਿਊਜੀ ਕਲੇਮ ਕਰਨ ਵਾਲਿਆਂ ਦਾ ਅੰਕੜਾ ਪਹਿਲਾਂ ਦੇ ਮੁਕਾਬਲੇ ਵੱਧ ਦਰਜ ਕੀਤਾ ਜਾ ਰਿਹਾ ਹੈ। ਟੋਰਾਂਟੋ ਪੀਅਰਸਨ 에ਅਰਪੋਰਟ ਤੋਂ ਆਈ ਜਾਣਕਾਰੀ ਮੁਤਾਬਕ ਇਹ ਅੰਕੜਾ 1,108 ਦਾ ਦੱਸਿਆ ਗਿਆ। ਸਾਲ 2021 ਦੌਰਾਨ ਕੁੱਲ 1,640 ਮੈਕਸੀਕਨ ਅਸਾਈਲਮ ਸੀਕਰਸ ਕੈਨੇਡਾ ਵਿੱਚ ਜਹਾਜ਼ ਰਾਹੀਂ ਪਹੁੰਚੇ ਨੇ। ਦੱਸ ਦਈਏ ਕਿ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ ਦਾ ਕਹਿਣਾ ਹੈ ਕਿ ਜਨਵਰੀ ਅਤੇ ਜੂਨ ਦੌਰਾਨ 2,747 ਮੈਕਸੀਕਨ ਅਸਾਈਲਮ ਸੀਕਰਸ ਆਏ ਨੇ। ਸਾਲ 2021 ਵਾਸਤੇ ਇਹ ਅੰਕੜਾ 3,321 ਦਾ ਸਾਂਝਾ ਕੀਤਾ ਗਿਆ। ਟੋਰਾਂਟੋ ਵਾਸਤੇ ਅਤੇ ਓਨਟਾਰੀਓ ਦੇ ਕੁਝ ਹਿੱਸਿਆਂ ਵਾਸਤੇ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਸਪੈਸ਼ਲ ਵੈਦਰ ਸਟੇਟਮੈਂਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਕਈ ਘਰਾਂ ਦੀ ਬਿਜਲੀ ਠੱਪ ਹੋਵੇਗੀ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਉਹਨਾਂ ਵੱਲੋਂ ਦਿੱਤੀ ਗਈ, ਜਿਸ ਬਾਰੇ ਲਗਾਤਾਰ ਵੈਬਸਾਈਟ ਤੇ ਅਪਡੇਟ ਕੀਤਾ ਜਾ ਰਿਹਾ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਸਦਰਨ ਓਨਟਾਰੀਓ ਤੇ ਟੋਰਾਂਟੋ ਵਾਸਤੇ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਖੇਤਰਾਂ ਵਾਸਤੇ ਸਪੈਸ਼ਲ ਵੈਦਰ ਸਟੇਟਮੈਂਟ ਦਿੱਤੀ ਗਈ, ਜਿੱਥੇ ਦੱਸਿਆ ਗਿਆ ਕਿ ਕਾਫੀ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਤੋਂ ਬਾਅਦ ਕਈ ਘਰਾਂ ਨੂੰ ਬਿਨਾਂ ਬਿਜਲੀ ਦੇ ਵੀ ਰਹਿਣਾ ਪੈ ਸਕਦਾ ਹੈ। ਜੋ ਸਟੇਟਮੈਂਟ ਜਾਰੀ ਕੀਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਜਿਹੜੀਆਂ ਤੇਜ਼ ਹਵਾਵਾਂ ਨੇ ਉਹ 80 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਚੱਲਣਗੀਆਂ ਤੇ ਅਜਿਹਾ ਸ਼ਾਮ ਤੱਕ ਜਾਰੀ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਸ਼ਹਿਰ ਵਾਸਤੇ ਇੱਕ ਹੋਰ ਚੇਤਾਵਨੀ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਬਹੁਤ ਸਾਰੇ ਘਰਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਸਕਦਾ ਹੈ। ਮੌਸਮ ਕਾਰਨ ਸਦਰਨ ਓਨਟਾਰੀਓ ਦਾ ਕਾਫੀ ਹਿੱਸਾ ਪ੍ਰਭਾਵਿਤ ਹੋਵੇਗਾ, ਜੋ ਕਿ ਨਾਇਗਰਾ ਤੋਂ ਗ੍ਰੇ ਬਰੂਜ਼ ਟੂ ਆਟਵਾ ਦੱਸਿਆ ਗਿਆ। ਇੱਥੇ ਕਾਫੀ ਤੇਜ਼ ਹਵਾਵਾਂ ਚੱਲਣਗੀਆਂ।
ਇਨਵਾਇਰਨਮੈਂਟ ਕੈਨੇਡਾ ਵੱਲੋਂ ਆਮ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਖਾਸ ਤੌਰ ਤੇ ਉੱਪਰ ਖਿਆਲ ਰੱਖਣ ਤੇ ਵੈਬਸਾਈਟ ਦੇ ਉੱਪਰ ਜੋ ਮੌਸਮ ਬਾਰੇ ਉਹ ਲਗਾਤਾਰ ਅਪਡੇਟ ਜਾਰੀ ਕਰ ਰਹੇ ਨੇ ਉਸ ਦੇ ਉੱਪਰ ਨਜ਼ਰ ਬਣਾਈ ਰੱਖਣ ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਮੌਸਮ ਦੇ ਕੀ ਹਾਲਾਤ ਬਣੇ ਹੋਏ ਹਨ। ਐਲਨ ਮਸਕ ਕਾਫੀ ਜ਼ਿਆਦਾ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੇ ਨੇ। ਟਵਿੱਟਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਉਹਨਾਂ ਵੱਲੋਂ ਕਈ ਵੱਡੇ ਐਲਾਨ ਕਰ ਦਿੱਤੇ ਗਏ ਤੇ ਹੁਣ ਉਹਨਾਂ ਵੱਲੋਂ ਟਵਿੱਟਰ ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ, ਜਿਸ ਕਾਰਨ ਕੈਨੇਡਾ ਤੋਂ ਵੀ ਜਿਹੜੇ ਕੰਮ ਕਰਨ ਵਾਲੇ ਨੇ ਉਹ ਪ੍ਰਭਾਵਿਤ ਹੋਏ। ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਐਕਸ਼ਨ ਮੋਡ ਦੇ ਵਿੱਚ ਨੇ। ਹੁਣ ਉਹਨਾਂ ਵੱਲੋਂ ਕਰਮਚਾਰੀਆਂ ਦੀ ਵੀ ਛੁੱਟੀ ਕੀਤੀ ਜਾ ਰਹੀ ਹੈ। ਟਵਿੱਟਰ ਤੋਂ ਛਾਂਟੀ ਹੋਣ ਵਾਲੇ ਮੁਲਾਜ਼ਮਾਂ ਵਿੱਚ ਕੈਨੇਡੀਅਨ ਸਟਾਫ ਵੀ ਸ਼ਾਮਿਲ ਹੈ। ਦੱਸੀਏ ਕਿ ਕੈਨੇਡਾ ਵਿੱਚ ਕਰੀਬ 250 ਲੋਕ ਟਵਿੱਟਰ ਵਾਸਤੇ ਕੰਮ ਕਰਦੇ ਨੇ। ਹੁਣ ਟਵਿੱਟਰ ਦੇ ਕਰਮਚਾਰੀਆਂ ਨੂੰ ਐਲਨ ਮਸਕ ਵੱਲੋਂ ਇੱਕ ਈਮੇਲ ਭੇਜੀ ਗਈ ਹੈ ਜਿੱਥੇ ਕੰਪਨੀ ਦੀ ਸਫਲਤਾ ਨੂੰ ਅੱਗੇ ਲੈ ਕੇ ਜਾਣ ਵਾਸਤੇ ਮੁਲਾਜ਼ਮਾਂ ਦੀ ਛਾਂਟੀ ਜ਼ਰੂਰੀ ਸੀ। ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ। ਈਮੇਲ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਕੁ ਮੁਲਾਜ਼ਮਾਂ ਦੀ ਨੌਕਰੀ ਜਾਏਗੀ, ਪਰ ਕੰਪਨੀ ਤੋਂ ਆਈਆਂ ਪਿਛਲੀਆਂ ਰਿਪੋਰਟਸ ਤੋਂ ਇਹ ਸੰਕੇਤ ਮਿਲੇ ਨੇ ਕਿ ਐਲਨ ਮਸਕ ਦੇ ਸਟਾਫ ਵਿੱਚ 50 ਤੋਂ 75% ਦੀ ਕਟੌਤੀ ਹੋ ਸਕਦੀ ਹੈ। ਉਹਨਾਂ ਵੱਲੋਂ ਇਸ ਬਾਰੇ ਯੋਜਨਾ ਬਣਾਈ ਗਈ। ਦੱਸ ਦਈਏ ਕਿ ਦੁਨੀਆ ਭਰ ਵਿੱਚ ਟਵਿੱਟਰ ਦੇ ਕਰੀਬ 7,500 ਮੁਲਾਜ਼ਮ ਹਨ। ਕਰੀਬ 250 ਮੁਲਾਜ਼ਮ ਕੈਨੇਡਾ ਵਿੱਚ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਟੋਰਾਂਟੋ ਤੇ ਵੈਨਕੂਵਰ ਵਿੱਚ ਰਹਿੰਦੇ ਹਨ। ਕੈਨੇਡਾ ਅੰਦਰ ਟਵਿੱਟਰ ਦੇ ਘੱਟੋ-ਘੱਟ 2 ਸੀਨੀਅਰ ਮੁਲਾਜ਼ਮ ਨੌਕਰੀ ਤੋਂ ਹਟਾ ਦਿੱਤੇ ਗਏ ਨੇ। ਕੰਪਨੀ ਦੇ ਕੈਨੇਡੀਅਨ ਆਪਰੇਸ਼ਨਸ ਦੇ ਮੈਨੇਜਰ ਡਾਇਰੈਕਟਰ ਪੌਲ ਅਤੇ ਯੂਐਸ ਤੋਂ ਕੈਨੇਡਾ ਵਾਸਤੇ ਟਵਿੱਟਰ ਦੀ ਪਬਲਿਕ ਪਾਲਿਸੀ ਦੀ ਡਾਇਰੈਕਟਰ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ। ਕੰਪਨੀ ਵੱਲੋਂ ਸਟਾਫ ਨੂੰ ਭੇਜੀ ਗਈ ਈਮੇਲ ਦੇ ਵਿੱਚ ਲਿਖਿਆ ਗਿਆ ਸੀ ਕਿ ਉਹ ਆਪਣੀ ਨੌਕਰੀ ਦੀ ਸਥਿਤੀ ਬਾਰੇ ਘਰ ਜਾ ਕੇ ਆਪਣੀਆਂ ਨਿੱਜੀ ਈਮੇਲਸ ਚੈੱਕ ਕਰਨ। ਜਿਨ੍ਹਾਂ ਦੀ ਨੌਕਰੀ ਜਾਰੀ ਹੈ ਉਹਨਾਂ ਨੂੰ ਨਿੱਜੀ ਈਮੇਲ ਦੇ ਵਿੱਚ ਖਬਰ ਪਹੁੰਚ ਜਾਵੇਗੀ ਅਤੇ ਜਿਨ੍ਹਾਂ ਦੀ ਨੌਕਰੀ ਬਰਕਰਾਰ ਹੈ ਉਹਨਾਂ ਨੂੰ ਟਵਿੱਟਰ ਤੇ ਅਧਿਕਾਰਿਤ ਈਮੇਲ ਤੇ ਸੂਚਿਤ ਕਰ ਦਿੱਤਾ ਜਾਵੇਗਾ। ਕੁੱਲ ਕਿੰਨੇ ਜਾਣਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਫਿਲਹਾਲ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ। ਬਹੁਤ ਸਾਰੇ ਮੁਲਾਜ਼ਮ ਟਵਿੱਟਰ ਉੱਪਰ ਆਪਣੀ ਲੇਆਫ ਦੀ #1 ਟੀਮ ਦੇ ਹੈਸ਼ਟੈਗ ਨਾਲ ਜਾਣਕਾਰੀ ਦੇ ਰਹੇ ਨੇ। ਦੱਸ ਦਈਏ ਕਿ ਐਲਨ ਮਸਕ ਨੇ ਆਪਣੇ ਟਵਿੱਟਰ ਦੀ ਮਲਕੀਅਤ ਸੰਭਣ ਤੋਂ ਬਾਅਦ ਕੰਪਨੀ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਵ ਕੀਤੇ ਹਨ। ਆਉਂਦਿਆਂ ਹੀ ਉਹ ਐਕਸ਼ਨ ਮੋਡ ਦੇ ਵਿੱਚ ਦਿਖਾਈ ਦਿੱਤੇ। ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਵਿੱਚ ਐਲਨ ਮਸਕ ਦਾ ਡਰ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋਈ, ਜਿਸ ਵਿੱਚ ਵੇਖਿਆ ਜਾ ਸਕਦਾ ਸੀ ਕਿ ਕਿਵੇਂ ਮੁਲਾਜ਼ਮ ਦਫ਼ਤਰ ਦੇ ਵਿੱਚ ਹੀ ਸੁੱਤਾ ਪਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ GST ਟੈਕਸ ਬਾਰੇ ਜਾਣਕਾਰੀ ਦਿੱਤੀ ਗਈ, ਜਿੱਥੇ ਦੱਸਿਆ ਗਿਆ ਕਿ ਸਰਕਾਰ ਵੱਲੋਂ ਇਸ ਦੇ ਸੰਬੰਧ ਵਿੱਚ ਕਈ ਕਦਮ ਚੁੱਕੇ ਜਾ ਰਹੇ ਨੇ। ਕਿਹੜੇ ਕਦਮ ਚੁੱਕੇ ਜਾ ਰਹੇ ਨੇ ਇਸ ਦੇ ਨਾਲ ਵੀ ਉਹਨਾਂ ਵੱਲੋਂ ਜਾਣੂ ਕਰਵਾਇਆ ਗਿਆ, ਜਿਸ ਦੀ ਵੀਡੀਓ ਉਹਨਾਂ ਵੱਲੋਂ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸਾਂਝੀ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ GST ਟੈਕਸ ਕ੍ਰੈਡਿਟ ਦੇ ਬਾਰੇ ਤਾਜ਼ਾ ਅਪਡੇਟ ਜਾਰੀ ਕੀਤੀ ਗਈ, ਜਿੱਥੇ ਪ੍ਰਧਾਨ ਮੰਤਰੀ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਦੱਸਿਆ ਗਿਆ ਕਿ ਉਹਨਾਂ ਦੀ ਸਰਕਾਰ ਵੱਲੋਂ GST ਟੈਕਸ ਕ੍ਰੈਡਿਟ ਨੂੰ 6 ਮਹੀਨਿਆਂ ਵਾਸਤੇ ਦੁੱਗਣਾ ਕਰ ਦਿੱਤਾ ਹੈ, ਜਿਸ ਨਾਲ 11 ਮਿਲੀਅਨ ਘਰਾਂ ਨੂੰ ਫਾਇਦਾ ਹੋਵੇਗਾ। ਇਸ ਬਾਰੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਹੁਣ ਕੈਨੇਡੀਅਨਸ ਦੇ ਪੱਖ ਦੇ ਵਿੱਚ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ। ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਹੀ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਇਹਨਾਂ तमाम ਗੱਲਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। First of all, the measure that they have announced in the new bill in terms of providing GST credits is a wonderful first step, I would say, because every family in not only in Canada, but this is this is a worldwide problem, the inflation. The prices of everything, food, gas, rent, they have gone up. And it's not easy for the families to make both ends meet. So yeah, while it is a worldwide problem, but I'm glad that our Canadian government is doing whatever it can to help the families with targeted measures, and I hope that it continues with such measures going forward. ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਚਾਕੂ ਲੱਗਣ ਦੇ ਕਾਰਨ ਇੱਕ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਉਸ ਦੇ ਉੱਪਰ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਬਾਅਦ ਵਿੱਚ ਅਪਡੇਟ ਇਹ ਵੀ ਸਾਹਮਣੇ ਆਈ ਕਿ ਜਿਸ ਵਿਅਕਤੀ ਵੱਲੋਂ ਇਸ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਉਸ ਖਿਲਾਫ ਕਾਰਵਾਈ ਕਰਦਿਆਂ ਚਾਰਜਸ ਲਗਾਏ ਗਏ। ਪਿਕਰਿੰਗ ਤੋਂ ਸ਼ੁਰੇਬਾਜ਼ੀ ਦਾ ਮਾਮਲਾ ਸਾਹਮਣੇ ਹੈ ਜਿੱਥੇ ਚਾਕੂ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਦੱਸਿਆ ਗਿਆ ਕਿ ਵਿਅਕਤੀ ਦੇ ਉੱਪਰ ਘਰ ਦੇ ਵਿੱਚ ਹੀ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ 56 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਦੋਹਰਮ ਰੀਜਨਲ ਪੁਲਿਸ ਦਾ ਇਸ ਬਾਰੇ ਕਹਿਣਾ ਹੈ ਕਿ ਇਹ ਮਾਮਲਾ 7 ਵਜੇ ਦੇ ਕਰੀਬ ਰੋਜ਼ ਬੈਂਕ ਰੋਡ ਅਤੇ ਸ਼ੈਫਰਡ ਐਵੀਨਿਊ ਦੇ ਨੇੜਿਓਂ ਸਾਹਮਣੇ ਆਇਆ। ਆਫੀਸਰਸ ਜਦੋਂ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਵਿਅਕਤੀ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ, ਜੋ ਕਿ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਗਿਆ। ਇਸ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਟੋਰਾਂਟੋ ਹਸਪੀਟਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਇਸ ਬਾਰੇ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ। ਅਜੇ ਤੱਕ ਉਹਨਾਂ ਨੂੰ ਨਹੀਂ ਪਤਾ ਲੱਗ ਸਕਿਆ ਕਿ ਪੀੜਤ ਅਤੇ ਸਸਪੈਕਟ ਦਾ ਆਪਸ ਵਿੱਚ ਕੀ ਰਿਸ਼ਤਾ ਸੀ। ਹੁਣ ਤੱਕ ਪੀੜਤ ਦੀ ਪਹਿਚਾਣ ਵੀ ਜਨਤਕ ਨਹੀਂ ਕੀਤੀ ਗਈ ਤੇ ਜਿਸ ਵਿਅਕਤੀ ਵੱਲੋਂ ਚਾਕੂ ਨਾਲ ਹਮਲਾ ਕੀਤਾ ਗਿਆ ਉਸ ਬਾਰੇ ਵੀ ਪੁਲਿਸ ਵੱਲੋਂ ਨਹੀਂ ਦੱਸਿਆ ਗਿਆ। ਹੁਣ ਇਸ ਮਾਮਲੇ ਦੀ ਜਾਂਚ ਹੋਮਿਸਾਈਡ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਹੁਣ ਤੱਕ ਦੀ ਅਪਡੇਟ ਦੇ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਅਗਲੀ ਅਪਡੇਟ ਪੁਲਿਸ ਵੱਲੋਂ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ। ਸਰੀ ਦੇ ਵਿੱਚ ਵਿੰਡ ਸਟਾਰਮ ਦਾ ਅਸਰ ਦੇਖਣ ਨੂੰ ਮਿਲ ਰਿਹਾ। ਅਜੇ ਵੀ ਬਹੁਤ ਸਾਰੇ ਲੋਕ ਬਿਨਾਂ ਬਿਜਲੀ ਦੇ ਰਹਿਣ ਦੇ ਲਈ ਮਜਬੂਰ ਹਨ। ਬ੍ਰਿਟਿਸ਼ ਕੋਲੰਬੀਆ ਹਾਈਡਰੋ ਵੱਲੋਂ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਕਿੰਨੇ ਘਰਾਂ ਦੀ ਬਿਜਲੀ ਠੀਕ ਕਰ ਦਿੱਤੀ ਗਈ ਤੇ ਕਿੰਨੇ ਬਿਨਾਂ ਬਿਜਲੀ ਦੇ ਹਨ। ਸਰੀ ਵਿੱਚ ਵਿੰਡ ਸਟਾਰਮ ਵੱਲੋਂ ਦਸਤਕ ਦਿੱਤੀ ਗਈ ਹੈ, ਜਿਸ ਤੋਂ ਬਾਅਦ ਕਈ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਹਾਈਡਰੋ ਵੱਲੋਂ ਜੋ ਅਪਡੇਟ ਜਾਰੀ ਕੀਤੀ ਗਈ ਉਸ ਵਿੱਚ ਦੱਸਿਆ ਗਿਆ ਕਿ 3,30,000 ਦੇ ਕਰੀਬ ਗ੍ਰਾਹਕ ਇਸ ਸਮੇਂ ਬਿਨਾਂ ਬਿਜਲੀ ਦੇ ਹਨ। ਸਰੀ ਦੇ ਵਿੱਚ ਹੁਣ ਮੌਸਮ ਸੰਬੰਧੀ ਜੋ ਅਪਡੇਟ ਸਾਹਮਣੇ ਆਈ ਹੈ, ਉੱਥੇ ਪਤਾ ਚੱਲਿਆ ਕਿ ਵਿੰਡ ਸਟਾਰਮ ਦਾ ਕਾਫੀ ਗਹਿਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਹਾਰਡੈਸਟ ਹਿੱਟ ਦੱਸਿਆ ਗਿਆ। ਅਪਡੇਟ ਮੁਤਾਬਕ ਲੋਅਰ ਮੇਨਲੈਂਡ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਅਜਿਹੇ ਹਨ ਜਿਹੜੇ ਕਿ ਬਿਨਾਂ ਬਿਜਲੀ ਦੇ ਰਹਿ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਹਾਈਡਰੋ ਵੱਲੋਂ ਇਹ ਵੀ ਅਪਡੇਟ ਦਿੱਤੀ ਗਈ ਹੈ ਕਿ ਉਨ੍ਹਾਂ ਵੱਲੋਂ 1,85,000 ਗ੍ਰਾਹਕਾਂ ਦੀ ਬਿਜਲੀ ਠੀਕ ਕਰ ਦਿੱਤੀ ਗਈ ਹੈ। ਸਰੀ ਦੇ ਵਿੱਚ ਅਜੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਬਾਰੇ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਲੋਅਰ ਮੇਨਲੈਂਡ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਹੈ, ਉੱਥੇ ਦੱਸਿਆ ਗਿਆ ਕਿ 1,16,000 ਗ੍ਰਾਹਕ ਬਿਨਾਂ ਬਿਜਲੀ ਦੇ ਨੇ। ਸਭ ਤੋਂ ਜ਼ਿਆਦਾ ਅਸਰ ਸਰੀ ਬਰਨਵੀ ਐਪਸਫੋਰਡ ਦੇ ਵਿੱਚ ਦਿਖਾਈ ਦੇ ਰਿਹਾ ਹੈ। ਵੈਨਕੂਵਰ ਆਈਲੈਂਡ ਤੋਂ ਆਈ ਅਪਡੇਟ ਮੁਤਾਬਕ 28,000 ਦੇ ਕਰੀਬ ਗ੍ਰਾਹਕ ਬਿਨਾਂ ਬਿਜਲੀ ਦੇ ਨੇ। ਜ਼ਿਆਦਾਤਰ ਅਸਰ ਨਨਾਇਮੋ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕੈਲੀਫੋਰਨੀਆ ਦੇ ਹਿੱਸੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਜ਼ਬਰਦਸਤ ਝਟਕੇ ਸਨ, ਜਿਨ੍ਹਾਂ ਦੀ ਤੀਵਰਤਾ 6.1 ਦੱਸੀ ਜਾ ਰਹੀ ਹੈ। ਰਾਹਤ ਦੀ ਖਬਰ ਹੈ ਕਿ ਇੱਥੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਕੈਲੀਫੋਰਨੀਆ ਦੇ ਇੱਕ ਹਿੱਸੇ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਰੈਕਟਰ ਪੈਮਾਨੇ ਤੇ ਤੀਵਰਤਾ 6.1 ਦੀ ਦੱਸੀ ਜਾ ਰਹੀ ਹੈ। ਜੀ ਹਾਂ, ਕੈਲੀਫੋਰਨੀਆ ਦੀ ਖਾੜੀ ਵਿੱਚ ਭੂਚਾਲ ਦੇ ਝਟਕੇ ਲੱਗੇ ਹਨ। ਮੈਕਸੀਕੋ ਦੇ ਤੱਟ ਤੇ ਕੈਲੀਫੋਰਨੀਆ ਦੀ ਖਾੜੀ ਵਿੱਚ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਰਵੇਖਣ ਮੁਤਾਬਕ ਸਥਾਨਕ ਸਮੇਂ ਤੇ 10:02 ਦੇ ਕਰੀਬ ਭੂਚਾਲ ਦੀ ਤੀਵਰਤਾ ਰਿਐਕਟਰ ਪੈਮਾਨੇ ਤੇ 6.1 ਨਾਪੀ ਗਈ ਹੈ। ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਮੈਕਸੀਕੋ ਦੇ ਸ਼ਹਿਰ ਬਹੀਆ ਡੀ ਕੀਨੋ ਤੋਂ 80.3 ਕਿਲੋਮੀਟਰ ਦੂਰ ਅਤੇ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ਦੇ ਵਿੱਚ ਦੱਸਿਆ ਗਿਆ। ਰਾਹਤ ਦੀ ਖਬਰ ਰਹੀ ਕਿ ਇਸ ਭੂਚਾਲ ਕਾਰਨ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰੀਆਂ ਵੱਲੋਂ ਅਜੇ ਇਸ ਬਾਰੇ ਬਹੁਤੀ ਅਪਡੇਟ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਵੱਲੋਂ ਅਜੇ ਘੱਟ ਗੱਲਾਂ ਦਾ ਹੀ ਜ਼ਿਕਰ ਕੀਤਾ ਗਿਆ। ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਸਿਰਫ ਇਹੀ ਦੱਸਿਆ ਗਿਆ ਕਿ ਕੈਲੀਫੋਰਨੀਆ ਦੀ ਖਾੜੀ ਵਿੱਚ ਤੇਜ਼ ਭੂਚਾਲ ਦੇ ਝਟਕੇ ਲੱਗੇ ਨੇ, ਜਿਸ ਦੀ ਤੀਵਰਤਾ 6.1 ਮਾਪੀ ਗਈ। ਅਮਰੀਕਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਜਿਹਦੇ ਘਰ ਵਿੱਚੋਂ 5 ਲਾਸ਼ਾਂ ਮਿਲੀਆਂ ਨੇ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਵੱਲੋਂ ਇਸ ਮਾਮਲੇ ਨੂੰ ਅੰਜਾਮ ਦਿੱਤਾ ਗਿਆ, ਜੇ ਪੀੜਤਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਇੱਕ ਘਰ ਵਿੱਚੋਂ 5 ਜਾਣਿਆਂ ਦੀ ਲਾਸ਼ ਮਿਲੀ ਹੈ, ਜਿਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ। ਇਹ ਮਾਮਲਾ ਮੈਰੀਲੈਂਡ ਦੇ ਨਾਲ ਜੁੜਿਆ ਹੋਇਆ, ਜਿੱਥੇ ਘਰ ਵਿੱਚੋਂ 5 ਲੋਕਾਂ ਦੀ ਲਾਸ਼ ਪੁਲਿਸ ਅਧਿਕਾਰੀਆਂ ਨੂੰ ਮਿਲੀ ਹੈ। ਡਿਪਟੀਜ਼ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੋਲੀਬਾਰੀ ਦੇ ਮਾਮਲੇ ਦੀ ਅਪਡੇਟ ਮਿਲੀ, ਜਿੱਥੇ ਦੱਸਿਆ ਗਿਆ ਕਿ 4 ਵਜੇ ਦੇ ਕਰੀਬ ਘਰ ਵਿੱਚ ਗੋਲੀਆਂ ਚੱਲੀਆਂ ਨੇ। ਜਦੋਂ ਅਧਿਕਾਰੀ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਘਰ ਵਿੱਚ 5 ਜਾਣੇ ਮ੍ਰਿਤਕ ਪਏ ਸਨ। ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹਨਾਂ ਪੀੜਤਾਂ ਦੀ ਪਹਿਚਾਣ ਅਜੇ ਨਹੀਂ ਜਨਤਕ ਕੀਤੀ ਗਈ। ਆਫੀਸਰਸ ਦਾ ਕਹਿਣਾ ਹੈ ਕਿ ਸ਼ੁਰੂਆਤ ਦੇ ਵਿੱਚ ਘਰ ਦੇ ਮਾਲਕ ਵੱਲੋਂ ਹੀ ਡੈਡ ਬੋਡੀਜ਼ ਦੇਖੀਆਂ ਗਈਆਂ ਤੇ ਉਹਨਾਂ ਨੂੰ ਸੂਚਨਾ ਦਿੱਤੀ ਗਈ। ਫਿਲਹਾਲ ਅਜੇ ਇਹ ਨਹੀਂ ਪਤਾ ਲੱਗ ਸਕਿਆ ਕਿ ਕਿਸ ਵਿਅਕਤੀ ਵੱਲੋਂ ਇਸ ਗੋਲੀਬਾਰੀ ਦੇ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਵੱਲੋਂ ਕਿਉਂ ਇਹਨਾਂ 5 ਜਾਣਿਆਂ ਦੀ ਜਾਨ ਲਈ ਗਈ ਹੈ।
ਫਿਲਹਾਲ ਪੁਲਿਸ ਇਸ ਮਾਮਲੇ ਬਾਰੇ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਹਾਊਸ ਸਪੀਕਰ ਦੇ ਪਤੀ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ। ਉਸ ਤੋਂ ਬਾਅਦ ਹੁਣ ਉਹ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ ਨੇ, ਜਿੱਥੇ ਉਹਨਾਂ ਵੱਲੋਂ ਪਤੀ ਦੀ ਸਿਹਤ ਦੇ ਨਾਲ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਹੋਣ ਵਾਲੀਆਂ ਚੋਣਾਂ ਦਾ ਜ਼ਿਕਰ ਵੀ ਉਹਨਾਂ ਵੱਲੋਂ ਕੀਤਾ ਗਿਆ। ਹਾਊਸ ਸਪੀਕਰ ਨੈਂਸੀ ਦੇ ਪਤੀ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਸੀ। ਹਮਲੇ ਤੋਂ ਬਾਅਦ ਪਹਿਲੀ ਵਾਰੀ ਜਨਤਕ ਤੌਰ ਤੇ ਉੱਪਰ ਨੈਂਸੀ ਪੈਲੋਸੀ ਬੋਲੇ ਹਨ ਤੇ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਹੁਣ ਜਦੋਂ ਉਹ ਆਮ ਲੋਕਾਂ ਦੇ ਸਾਹਮਣੇ ਆਏ ਨੇ ਤਾਂ ਉਹਨਾਂ ਵੱਲੋਂ ਚੋਣਾਂ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਨੈਂਸੀ ਨੇ ਕਿਹਾ ਕਿ ਆਉਣ ਵਾਲੀਆਂ ਅਮਰੀਕੀ ਕਾਂਗਰਸ ਦੀਆਂ ਮੱਧਕਾਲੀ ਚੋਣਾਂ ਲੋਕਤੰਤਰ ਦੀ ਲੜਾਈ ਹਨ। ਵੀਡੀਓ ਕਾਲ ਤੇ ਉਹਨਾਂ ਵੱਲੋਂ ਵਰਕਰਾਂ ਨੂੰ ਸੰਬੋਧਿਤ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਲੋਕਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਤੁਹਾਨੂੰ ਬਿਹਤਰ ਮਹਿਸੂਸ ਕਰਵਾਉਣ ਲਈ ਕੀ ਕਰ ਸਕਦੇ ਹੋ, ਤਾਂ ਮੈਂ ਅੱਗੇ ਜਵਾਬ ਦਿੱਤਾ, ਵੋਟ। ਪੈਲੋਸੀ ਵੱਲੋਂ ਕਿਹਾ ਗਿਆ ਕਿ ਮੈਨੂੰ ਲੱਗਦਾ ਹੈ ਕਿ ਇਸ ਜੰਗ ਦੇ ਵਿੱਚ ਸਾਡੇ ਜਿੱਤਣ ਦੀ ਬਹੁਤ ਸੰਭਾਵਨਾ ਹੈ। ਆਪਣੇ ਪਤੀ ਦੀ ਸਿਹਤ ਦੇ ਨਾਲ ਵੀ ਉਹਨਾਂ ਵੱਲੋਂ ਜਾਣੂ ਕਰਵਾਇਆ ਗਿਆ, ਜਿੱਥੇ ਦੱਸਿਆ ਗਿਆ ਕਿ ਉਹਨਾਂ ਦੀ ਆਵਾਜ਼ ਕਈ ਵਾਰ ਲੜਖੜਾ ਰਹੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਠੀਕ ਹੋਣ ਦੇ ਵਿੱਚ ਅਜੇ ਕੁਝ ਸਮਾਂ ਲੱਗੇਗਾ। ਦੱਸੀਏ ਕਿ ਪਿਛਲੇ ਦਿਨੀ ਹਾਊਸ ਸਪੀਕਰ ਨੈਂਸੀ ਦੇ ਪਤੀ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਹੁਣ ਇਲਾਜ ਹੋ ਚੁੱਕਿਆ ਹੈ ਤੇ ਨੈਂਸੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਉਹਨਾਂ ਦੇ ਪਤੀ ਦੀ ਮੌਜੂਦਾ ਸਮੇਂ ਹਾਲਤ ਕਿਸ ਤਰ੍ਹਾਂ ਹੈ। ਇੱਕ ਔਰਤ ਨੂੰ ਵਾਹਨ ਦੀ ਟੱਕਰ ਲੱਗੀ ਹੈ, ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਹਨ ਦਾ ਡਰਾਈਵਰ ਮੌਕੇ ਵਾਲੀ ਥਾਂ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਜਾਰੀ ਹੈ। ਟੋਰਾਂਟੋ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਹਾਦਸਾ ਵਾਪਰਿਆ। ਹਾਦਸੇ ਕਾਰਨ ਇੱਕ ਰਾਹਗੀਰ ਪ੍ਰਭਾਵਿਤ ਹੋਇਆ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਰਾਤ ਵੇਲੇ ਟੋਰਾਂਟੋ ਦੇ ਵਿੱਚ ਇੱਕ ਰਾਹਗੀਰ ਨੂੰ ਵਾਹਨ ਦੀ ਟੱਕਰ ਲੱਗੀ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ। ਇਹ ਮਾਮਲੇ ਬਾਰੇ ਜੋ ਅਪਡੇਟ ਸਾਹਮਣੇ ਆਈ ਹੈ, ਉਸ ਮੁਤਾਬਕ ਇਹ ਘਟਨਾ 2:10 ਦੇ ਕਰੀਬ ਵਾਪਰੀ ਹੈ। ਜਦੋਂ ਵਾਹਨ ਜਾ ਰਿਹਾ ਸੀ ਤਾਂ ਉਸ ਦੀ ਟੱਕਰ ਰਾਹਗੀਰ ਦੇ ਨਾਲ ਲੱਗ ਗਈ। ਰਾਹਗੀਰ ਇੱਕ ਔਰਤ ਦੱਸੀ ਜਾ ਰਹੀ ਹੈ, ਜਿਸ ਦੀ ਪਹਿਚਾਣ ਅਜੇ ਤੱਕ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀ ਹਾਲਤ ਦੇ ਵਿੱਚ ਔਰਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜੋ ਵਾਹਨ ਜਿਸ ਦੀ ਟੱਕਰ ਔਰਤ ਨੂੰ ਲੱਗੀ ਹੈ, ਉਹ ਮੌਕੇ ਵਾਲੀ ਥਾਂ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਪੁਲਿਸ ਕਰ ਰਹੀ ਹੈ। ਹੁਣ ਤੱਕ ਦੀ ਅਪਡੇਟ ਦੇ ਵਿੱਚ ਪੁਲਿਸ ਵੱਲੋਂ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਉਹਨਾਂ ਵੱਲੋਂ ਪੀੜਤ ਦੀ ਪਹਿਚਾਣ ਵੀ ਨਹੀਂ ਦੱਸੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ 4168081900 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 416222 ਦੇ ਉੱਪਰ ਕਾਲ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਇਸ ਮਾਮਲੇ ਦੀ ਵਧੇਰੀ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਟੈਕਸਸ ਦੇ ਵਿੱਚ ਤੂਫਾਨ ਦੀ ਤਬਾਹੀ ਦੇਖਣ ਨੂੰ ਮਿਲੀ ਹੈ, ਜਿੱਥੇ ਕਈ ਘਰ ਨੁਕਸਾਨੇ ਜਾ ਚੁੱਕੇ ਨੇ। ਵੱਡੀ ਗਿਣਤੀ ਦੇ ਵਿੱਚ ਘਰ ਤਬਾਹ ਹੋ ਗਏ, ਜਿਸ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਇਹ ਵੀ ਪਤਾ ਚੱਲਿਆ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 10 ਜਾਣੇ ਜ਼ਖਮੀ ਵੀ ਹੋਏ ਨੇ। ਟੈਕਸਸ ਦੇ ਵਿੱਚ ਮੌਸਮ ਦੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਘਰ ਤਬਾਹ ਹੋ ਗਏ ਤੇ 10 ਜਾਣੇ ਜ਼ਖਮੀ ਦੱਸੇ ਗਏ। ਹੁਣ ਸਟ੍ਰੋਮ ਦਾ ਅਸਰ ਟੈਕਸਸ ਤੇ ਓਕਲਾਹੋਮਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਬਾਰੇ ਅਧਿਕਾਰੀ ਲਗਾਤਾਰ ਅਪਡੇਟ ਜਾਰੀ ਕਰ ਰਹੇ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ 3 ਸਟੇਟਸ ਦੇ ਉੱਪਰ ਸਟ੍ਰੋਮ ਦਾ ਗੰਭੀਰ ਅਸਰ ਦੇਖਣ ਦੇ ਵਿੱਚ ਆਇਆ, ਜਿੱਥੇ ਦਰਜਨਾਂ ਘਰ ਨੁਕਸਾਨੇ ਗਏ ਅਤੇ 10 ਦੇ ਕਰੀਬ ਲੋਕ ਜ਼ਖਮੀ ਦੱਸੇ ਗਏ ਨੇ। ਪਤਾ ਚੱਲਿਆ ਹੈ ਕਿ ਇਹਨਾਂ 10 ਵਿੱਚੋਂ 2 ਜਾਣੇ ਜੋ ਕਿ ਲਾਮਰ ਕਾਉਂਟੀ ਦੇ ਨਾਲ ਸੰਬੰਧਿਤ ਹਨ, ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਟੈਕਸਸ ਤੋਂ ਖਬਰ ਸਾਹਮਣੇ ਆਈ ਹੈ ਕਿ ਇੱਥੇ 50 ਦੇ ਕਰੀਬ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ, ਪਰ ਰਾਹਤ ਦੀ ਖਬਰ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਇੱਥੇ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਕਈ ਥਾਵਾਂ ਵਾਸਤੇ 4 ਵਜੇ ਦੇ ਕਰੀਬ ਟੋਰਨੇਡੋ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਜਿੱਥੇ ਦੱਸਿਆ ਗਿਆ ਕਿ ਇਸ ਕਾਰਨ ਕਿਹੜੇ ਹਿੱਸੇ ਪ੍ਰਭਾਵਿਤ ਹੋਣਗੇ। ਹੁਣ ਇਸ ਸਭ ਬਾਰੇ ਨੈਸ਼ਨਲ ਵੈਦਰ ਸਰਵਿਸ ਤੇ ਸਟ੍ਰੋਮ ਪ੍ਰੈਡਿਕਸ਼ਨ ਸੈਂਟਰ ਵੱਲੋਂ ਪਲ-ਪਲ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਓਕਲਾਹੋਮਾ ਤੋਂ ਇਹ ਜਾਣਕਾਰੀ ਸਾਹਮਣੇ ਆਈ, ਜਿੱਥੇ ਗਵਰਨਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਟੋਰਨੇਡੋ ਦੇ ਅਸਰ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਤੇ ਰੈਸਕਿਊ ਟੀਮਸ ਵੀ ਲਗਾਤਾਰ ਆਪਣੇ ਕੰਮ ਵਿੱਚ ਜੁਟੀਆਂ ਹੋਈਆਂ ਹਨ। ਕੈਨੇਡਾ ਵਿੱਚ ਇਸ ਸਮੇਂ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਜਾਣਕਾਰੀ ਸਾਹਮਣੇ ਦੱਸਿਆ ਗਿਆ ਕਿ ਕਿਹੜੇ ਸੂਬੇ ਤੋਂ ਹੁਣ ਤੱਕ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਵਿੱਚ ਇਸ ਸਮੇਂ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਪਹਿਲਾਂ ਦੇ ਮੁਕਾਬਲੇ ਮੌਂਕੀਪੌਕਸ ਵਾਇਰਸ ਦੇ ਮਾਮਲੇ ਕਾਫੀ ਹੱਦ ਤੱਕ ਘੱਟ ਦਰਜ ਕੀਤੇ ਜਾ ਰਹੇ ਨੇ।
ਹੁਣ ਵੱਖ-ਵੱਖ ਸਟੇਟਸ ਬਾਰੇ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਹੁਣ ਤੱਕ ਕਿੰਨੇ ਇਹਨਾਂ ਸੂਬਿਆਂ ਵਿੱਚ ਕੁੱਲ ਮੌਂਕੀਪੌਕਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਡਿਸਟ੍ਰਿਕਟ ਆਫ ਕੋਲੰਬੀਆ 497, न्यूयॉर्क 3948, जॉर्जिया 1815, कैलिफोर्निया 5010, फ्लोरिडा 2543, मैरीलैंड 662, इलिनॉइस 1315, नेवाडा 267, टेक्सास 2372, न्यू जर्सी 720, वाशिंगटन 600, रोड आइलैंड 74, एरिजोना 474, पेंसिल्वेनिया 773, मैसाचुसेट्स 402, पोर्टोरिको 183, वर्जीनिया 484, लुजियाना 254, नॉर्थ कैरोलिना 566, ऑरिगन 216, यूटा 161, कोलोराडो 278, टेनेसी 309, मिनीसोटा 202, इंडियाना 234, साउथ कैरोलिना 172, मिसिसिपी 87, मिशिगन 266, अलाबामा 130, हायो 281, हवाई 34, न्यू हैम्पशायर 30, न्यू मैक्सिको 42, अरकानसास 59, नेब्रास्का 30, विस्कॉन्सिन 76, केंटुकी 56, ओक्लाहोमा 43, नॉर्थ डकोटा 6, वायोमिंग 4, अलास्का 5, वेस्ट वर्जीनिया 12, मोंटाना 6, कैंसस 14, वेरमोंट 3, ਸਾਊਥ ਡਕੋਟਾ ਤੋਂ 2 ਮੌਂਕੀਪੌਕਸ ਵਾਇਰਸ ਦੇ ਹੁਣ ਤੱਕ ਮਾਮਲੇ ਦਰਜ ਕੀਤੇ ਜਾ ਰਹੇ ਨੇ। ਇਸ ਬਾਰੇ ਸੀਡੀਸੀ ਵੱਲੋਂ ਸਾਰੀ ਅਪਡੇਟ ਜਾਰੀ ਕੀਤੀ ਗਈ ਹੈ। ਬਜਟ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਨੇ ਤੇ ਉਹਨਾਂ ਦੇ ਨਾਲ ਵਿੱਤ ਮੰਤਰੀ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਸਰਕਾਰ ਹੁਣ ਕਿਹੜੇ ਉਪਰਾਲੇ ਕਰ ਰਹੀ ਹੈ ਤਾਂ ਕਿ ਕੈਨੇਡੀਅਨਸ ਦੀ ਮਦਦ ਕੀਤੀ ਜਾ ਸਕੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਡਿਪਟੀ ਪ੍ਰਧਾਨ ਮੰਤਰੀ ਫਰੀਲੈਂਡ ਵੱਲੋਂ ਕੈਨੇਡਾ ਦੀ ਆਰਥਿਕਤਾ ਦਾ ਜ਼ਿਕਰ ਕੀਤਾ ਗਿਆ। ਉਹਨਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਨੌਕਰੀਆਂ ਅਤੇ ਆਰਥਿਕਤਾ ਦੇ ਵਿੱਚ ਸੁਧਾਰ ਵਾਸਤੇ ਕਈ ਕਦਮ ਚੁੱਕ ਰਹੀ ਹੈ। ਇਸ ਬਾਰੇ ਉਹਨਾਂ ਵੱਲੋਂ ਖੁਦ ਦੀ ਯੋਜਨਾ ਵੀ ਸਾਂਝੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਵੱਲੋਂ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸਾਂਝੀ ਕੀਤੀ ਗਈ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। I'm here with our Deputy Prime Minister, Chrystia Freeland, and we just introduced the Fall Economic Statement, which I know sounds like a gripping read, but the reality is there's a lot of really concrete, practical things to help you and your family as we're getting through these difficult times, as we're building a stronger future for everyone. C'est important qu'on travaille ensemble, et c'est exactement ce qu'on est en train de faire. Some of my favorite measures, Prime Minister, are we are permanently eliminating the federal interest on Canada student loans and Canada apprenticeship loans. We're also creating a new quarterly advance payment for the Canada Worker Benefit. That means 4.2 million really hardworking Canadians who work so hard every day but don't make a lot of money are going to get a little extra support. And then one measure, which I have to tell you, my aunt, who is staying with us right now, has been bugging me about a lot. Credit card fees. We are going to lower them. That is going to help Canadian consumers and it is going to help Canadian small businesses. Et finalement, Monsieur le Premier ministre, on a des investissements pour la transition verte, des investissements pour créer des bons emplois et pour sauver la planète. Meanwhile, Conservative politicians are doubling down on failed trickle-down economic theories, which means more money for the wealthy and less for the middle class and people working hard to join it. That's not the right approach. People need support now. They need a strong, stable plan for the years to come and all the opportunities we can build as a country. C'est pour ça qu'on continue de travailler pour vous, pour bâtir une économie qui travaille pour tous les Canadiens. On va continuer de le faire. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਵਿੱਚ ਬਦਲੇਗਾ ਸਮਾਂ, ਹੁਣ 1 ਘੰਟਾ ਪਿੱਛੇ ਹੋਵੇਗਾ ਸਮਾਂ। ਕੈਨੇਡਾ ਵਿੱਚ ਵੱਧ ਰਹੀ ਅਸਾਈਲਮ ਸੀਕਰਸ ਦੀ ਗਿਣਤੀ, ਮੈਕਸੀਕੋ ਤੋਂ ਦਾਖਲ ਹੋ ਰਹੀ ਵੱਧ ਲੋਕ, ਟੋਰਾਂਟੋ ਲਈ ਮੌਸਮ ਦੀ ਚੇਤਾਵਨੀ, ਬਿਜਲੀ ਠੱਪ ਹੋਣ ਦੀ ਸੰਭਾਵਨਾ। ਟਵਿੱਟਰ ਨੇ ਕੰਮ ਤੋਂ ਕੱਢੇ ਕਈ ਕਰਮਚਾਰੀ, ਕੈਨੇਡਾ ਵਾਲੇ ਵੀ ਹੋਏ ਪ੍ਰਭਾਵਿਤ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।